and passive voice rules. Exercise modal auxiliaries. Passive voice of tense with modal auxiliaries. In such sentences, we use modal auxiliary would, should, can, etc. plus be plus third form of the verb plus by plus agent if necessary. ਹੁਣ ਅਸੀਂ ਇਸ ਪੋਰਸ਼ਨ ਦੇ ਵਿੱਚ modal auxiliary ਜੋ verb ਹੁੰਦੀ ਹੈ ਤੇ ਉਹਦੇ ਨਾਲ ਸੰਬੰਧਿਤ ਐਕਟਿਵ ਪੈਸਿਵ ਵੌਇਸ ਜਿਹੜਾ ਹੈਗਾ ਉਹ ਜਿਹੜਾ ਕਰਾਂਗੇ ਜਾਂ ਸਿੱਖਾਂਗੇ। ਮੋਡਲ ਆਕਸੀਲਰੀ ਵਰਬ ਜਿਵੇਂ ਵੁੱਡ, ਸ਼ੁੱਡ, ਕੈਨ, ਮਸਟ ਇਹ ਹੁੰਦੀਆਂ ਤੇ ਇਹਦੇ ਵਿੱਚ ਕੀ ਆਪਾਂ ਪੈਸਿਵ ਵੌਇਸ ਬਣਾਉਣ ਸਮੇਂ ਇਹਨਾਂ ਨਾਲ ਬੀ ਲਗਾਉਂਦੇ ਆ, ਥਰਡ ਫਾਰਮ ਆਫ ਵਰਬ, ਉਸ ਤੋਂ ਬਾਅਦ ਬਾਏ ਲਗਾ ਕੇ ਆਬਜੈਕਟ ਲਾਉਂਦੇ ਆ। ਐਗਜ਼ਾਮਪਲਸ ਦੋ ਆ। ਐਕਟਿਵ ਵੌਇਸ ਦੇ ਵਿੱਚ ਲਿਖਿਆ ਹੈ ਮਨਿੰਦਰ ਕੈਨ ਰੀਡ ਦਿਸ ਬੁੱਕ। ਮਨਿੰਦਰ ਸਬਜੈਕਟ, ਕੈਨ ਆਕਸੀਲਰੀ ਵਰਬ, ਰੀਡ ਦਿਸ ਬੁੱਕ, ਰੀਡ ਵਰਬ, ਦਿਸ ਬੁੱਕ ਆਬਜੈਕਟ। ਪੈਸਿਵ ਵੌਇਸ ਦੇ ਵਿੱਚ ਜਿਹੜਾ ਹੈਗਾ ਦਿਸ ਬੁੱਕ ਸਬਜੈਕਟ ਬਣ ਜਾਵੇਗੀ, ਕੈਨ ਦੇ ਨਾਲ ਬੀ ਲਗਾ ਦੇਵਾਂਗੇ, ਵਰਬ ਦੀ ਤੀਸਰੀ ਫਾਰਮ ਰੈਡ ਬਾਏ ਮਨਿੰਦਰ। ਦੂਸਰੀ ਐਗਜ਼ਾਮਪਲ ਕਰਦੇ ਹਾਂ। You must obey the elders. You subject, must auxiliary verbs, obey first form of verb, then the elders object. The elders object ਨੂੰ ਆਪਾਂ subject ਬਣਾ ਦਾਂਗੇ ਪੈਸਿਵ ਵੌਇਸ ਦੇ ਵਿੱਚ। the elders must ਦੇ ਨਾਲ be ਲਗਾ ਦਾਂਗੇ, obey ਦੀ ਤੀਸਰੀ ਫਾਰਮ obeyed by you। ਪੈਸਿਵ ਆਫ ਨੈਗੇਟਿਵ ਸੈਂਟੈਂਸਸ ਜਿਹੜੇ ਨਾਂਹਵਾਚਕ ਵਾਕ ਹੁੰਦੇ ਆ ਉਹਨਾਂ ਦੇ ਵਿੱਚ ਆਪਾਂ ਪੈਸਿਵ ਕਿਵੇਂ ਬਣਾਉਂਦੇ ਆ। The passive of negative sentence is formed by putting not between the auxiliary and the third form of the verb. The other rules remain same. ਨਾਂਹਵਾਚਕ ਬਣਾਉਣ ਸਮੇਂ ਅਸੀਂ ਜੋ ਹੈ ਸਾਨੂੰ ਪੋਰਸ਼ਨ ਦਿੱਤਾ ਅਸੀਂ ਆਕਸੀਲਰੀ ਤੇ ਥਰਡ ਫਾਰਮ ਦੇ ਵਿਚਕਾਰ ਨੋਟ ਲਗਾ ਦਿੰਦੇ। ਆਕਸੀਲਰੀ ਵਰਬ ਤੇ ਥਰਡ ਫਾਰਮ ਦੇ ਵਿਚਕਾਰ ਨੋਟ ਲਗਾ ਦਿੰਦੇ ਆ। ਜਿਵੇਂ ਐਕਟਿਵ ਵੌਇਸ ਲੋਇਨਸ ਡੂ ਨਾਟ ਈਟ ਗ੍ਰਾਸ, ਲੋਇਨਸ ਸਬਜੈਕਟ, ਡੂ ਆਕਸੀਲਰੀ ਵਰਬ, ਨਾਟ ਈਟ ਫਸਟ ਫਾਰਮ ਆਫ ਵਰਬ, ਗ੍ਰਾਸ ਆਬਜੈਕਟ। ਪੈਸਿਵ ਵੌਇਸ ਦੇ ਵਿੱਚ ਗ੍ਰਾਸ ਨੂੰ ਅਸੀਂ ਸਬਜੈਕਟ ਬਣਾ ਦਾਂਗੇ ਦਾ ਗ੍ਰਾਸ ਤੇ ਕਿਉਂਕਿ ਇੱਕ ਵਚਨ ਹੈ is not eaten by loins। ਇਹ ਆਪਣਾ ਪੈਸਿਵ ਪ੍ਰੈਜ਼ੈਂਟ ਇੰਡੈਫੀਨਿਟ ਟੈਂਸ ਇਹਨੂੰ ਇੱਥੇ ਆਪਾਂ ਮੰਨਾਂਗੇ। ਦੂਸਰਾ the gardener did not water the plants, ਇਹ ਪਾਸਟ ਇੰਡੈਫੀਨਿਟ ਜਿਹੜਾ ਟੈਂਸ ਹੈ ਇਹਦੇ ਵਿੱਚ the gardener ਸਬਜੈਕਟ ਹੈ, did not ਜੋ ਹੈਗਾ ਨਾਂਹਵਾਚਕ ਵਾਕ ਨੂੰ ਜਿਹੜਾ ਹੈਗਾ ਰਿਪਰੈਜ਼ੈਂਟ ਕਰ ਰਿਹਾ ਹੈ, ਵਾਟਰ ਫਸਟ ਫਾਰਮ ਵਰਬ, ਦਾ ਪਲਾਂਟਸ ਆਬਜੈਕਟ। ਪੈਸਿਵ ਵੌਇਸ ਦੇ ਵਿੱਚ ਜਿਹੜਾ ਹੈ ਦਾ ਪਲਾਂਟਸ ਨੂੰ ਅਸੀਂ ਸਬਜੈਕਟ ਬਣਾ ਲਾਂਗੇ ਬਹੁਵਚਨ ਹੋਣ ਕਾਰਨ, ਵਰ ਨਾਟ, ਵਾਟਰ ਦੀ ਤੀਸਰੀ ਫਾਰਮ ਵਾਟਰਡ ਬਾਏ ਦਾ ਗਾਰਡਨਰ। ਹੀ ਵਿਲ ਨੈਵਰ ਹੈਲਪ, ਇਹ ਫਿਊਚਰ ਇੰਡੈਫੀਨਿਟ ਜਿਹੜਾ ਹੈਗਾ ਟੈਂਸ ਹੈ। ਹੀ ਸਬਜੈਕਟ, well helping verb, never extra word, help verb, you object। ਪੈਸਿਵ ਵੌਇਸ ਦੇ ਵਿੱਚ you ਨੂੰ ਸਬਜੈਕਟ ਬਣਾ ਦਾਂਗੇ, will never be, never ਇੱਥੇ not ਨੂੰ ਵੀ ਰਿਪਰੈਜ਼ੈਂਟ ਕਰ ਰਿਹਾ, will be ਦੇ ਵਿਚਕਾਰ never, helped by him। he will never help you, ਉਹ ਤੁਹਾਡੀ ਕਦੇ ਮਦਦ ਨਹੀਂ ਕਰੇਗਾ। ਇਹ ਨਾਂਹਵਾਚਕ ਦਾ ਜਿਹੜਾ ਹੈਗਾ ਉਹ ਵੀ ਭਾਵ ਦੇ ਰਿਹਾ। ਹੀ ਸਬਜੈਕਟ, ਵੈਲ ਜਿਹੜਾ ਹੈਗਾ ਹੈਲਪਿੰਗ ਵਰਬ, ਨੈਵਰ ਜਿਹੜਾ ਹੈਗਾ ਇੱਕ ਤਰ੍ਹਾਂ ਦਾ ਨੋਟ ਦਾ ਕੰਮ ਕਰ ਰਿਹਾ, ਹੈਲਪ ਵਰਬ ਦੀ ਪਹਿਲੀ ਫਾਰਮ, ਯੂ ਆਬਜੈਕਟ। ਪੈਸਿਵ ਵੌਇਸ ਦੇ ਵਿੱਚ ਕੀ ਕਰਿਆ, ਇਹ ਲੈਟਰ ਇਜ਼ ਨਾਟ ਬੀਇੰਗ ਰਿਟਨ ਬਾਏ ਹਰ, ਇਹ ਗਲਤ ਬਣਿਆ ਹੋਇਆ, ਸਹੀ ਮੈਂ ਤੁਹਾਨੂੰ ਦੱਸਦਾ ਹੈਗਾ। ਇਹਦੇ ਵਿੱਚ ਕੀ ਆ, ਯੂ ਨੂੰ ਸਬਜੈਕਟ ਬਣਾ ਦਾਂਗੇ, ਯੂ ਵਿਲ ਨੈਵਰ ਬੀ ਹੈਲਪਡ ਬਾਏ ਹੈਮ, ਸਹੀ ਜਿਹੜਾ ਹੈ ਪੈਸਿਵ ਵੌਇਸ ਇਸ ਤਰ੍ਹਾਂ ਬਣੇ। ਪੈਸਿਵ ਆਫ ਇੰਟਰੋਗੇਟਿਵ ਸੈਂਟੈਂਸਸ, ਪ੍ਰਸ਼ਨਵਾਚਕ ਜਿਹੜੇ ਸੈਂਟੈਂਸਸ ਆ ਉਹਨਾਂ ਦੇ ਪੈਸਿਵ ਵੌਇਸ ਕਿਵੇਂ ਬਣਾਵਾਂਗੇ। ਇੱਥੇ ਆਪਾਂ ਥੋੜ੍ਹਾ ਡਿਲੇ 'ਚ ਕਰ ਰਹੇ ਹਾਂ। ਟੈਂਸਿਸ ਵਾਲੇ ਪੋਰਸ਼ਨ ਦੇ ਵਿੱਚ ਆਪਾਂ
ਜਿਹੜਾ ਹੈਗਾ ਇਹ ਵਾਕ ਕਰ ਲਏ ਸੀ, ਵੈਸੇ ਇੱਥੇ ਥੋੜਾ ਡਿਟੇਲ 'ਚ ਕਰ ਰਹੇ ਆ। ਪਹਿਲਾ ਜਿਹੜਾ ਹੈਗਾ ਆਪਣਾ ਇਹ ਵਾਲਾ ਜਿਹੜੀ ਐਗਜ਼ਾਮਪਲ ਇਹਦੇ ਵਿੱਚ ਕੀ ਲਿਖਿਆ, ਇਫ ਦਾ ਕੁਐਸਚਨਸ ਬਿਗਨਸ ਵਿਦ ਡੂ ਡਸ ਡਿਡ ਦਾ ਫॉर्म ਵੈਲ, ਜੇਕਰ ਪ੍ਰਸ਼ਨਵਾਚਕ ਵਾਕ ਡੂ ਡਸ ਤੇ ਡਿਡ ਨਾਲ ਸ਼ੁਰੂ ਹੁੰਦੇ ਆ ਤਾਂ ਆਪਾਂ ਪੈਸਿਵ ਵਾਇਸ ਦੇ ਵਿੱਚ ਜਿਹੜਾ ਸੈਂਟੈਂਸ ਨੂੰ ਇਜ ਐਮ ਆਰ ਵਾਜ ਵਰ ਦੇ ਨਾਲ ਸ਼ੁਰੂ ਕਰਾਂਗੇ। ਉਸ ਤੋਂ ਬਾਅਦ ਆਪਾਂ ਸਬਜੈਕਟ ਲਾਵਾਂਗੇ, ਫਿਰ ਥਰਡ ਫਾਰਮ ਆਫ ਵਰਬ ਲਗਾਵਾਂਗੇ। ਦੂਸਰੀ ਕੰਡੀਸ਼ਨ ਦਿੱਤੀ ਆ, ਇਫ ਦਾ ਕੁਐਸਚਨ ਬਿਗਨਸ ਵਿਦ ਆਕਸਿਲਰੀ ਪੈਸਿਵ ਫਾਰਮ ਵਿਦ, ਜੇਕਰ ਸੈਂਟੈਂਸ ਜਿਹੜਾ ਆਕਸਿਲਰੀ ਵਰਬ ਦੇ ਨਾਲ ਸ਼ੁਰੂ ਹੁੰਦਾ ਹੈ ਤਾਂ ਉਦੋਂ ਆਪਾਂ ਜਿਹੜਾ ਹੈਗਾ ਪੈਸਿਵ ਵਾਇਸ ਬਣਾਉਣ ਸਮੇਂ ਸਭ ਤੋਂ ਪਹਿਲਾਂ ਸੈਂਟੈਂਸ ਦੀ ਸ਼ੁਰੂਆਤ ਦੇ ਵਿੱਚ ਮੋਡਲ ਆਕਸਿਲਰੀ ਲਗਾਵਾਂਗੇ, ਉਸ ਤੋਂ ਬਾਅਦ ਸਬਜੈਕਟ ਲਗਾਵਾਂਗੇ, ਉਸ ਤੋਂ ਬਾਅਦ ਬੀ ਲਗਾਵਾਂਗੇ, ਦੈਨ ਥਰਡ ਫਾਰਮ ਆਫ ਵਰਬ। ਸੀ ਦੇ ਵਿੱਚ ਜੋ ਕੰਡੀਸ਼ਨ ਦਿੱਤੀ ਹੈ, ਇਫ ਦਾ ਕੁਐਸਚਨ ਬਿਗਨਸ ਵਿਦ ਹੈਜ਼ ਹੈਵ ਹੈਡ, ਜੇਕਰ ਐਕਟਿਵ ਵਾਇਸ ਦੇ ਵਿੱਚ ਸੈਂਟੈਂਸ ਹੈਜ਼ ਹੈਵ ਤੇ ਹੈਡ ਨਾਲ ਸ਼ੁਰੂ ਹੁੰਦਾ ਹੈ ਤਾਂ ਪੈਸਿਵ ਵਾਇਸ ਦੇ ਵਿੱਚ ਅਸੀਂ ਸੈਂਟੈਂਸ ਨੂੰ ਸ਼ੁਰੂ ਕਰਾਂਗੇ ਹੈਜ਼ ਹੈਵ ਹੈਡ, ਦੈਨ ਸਬਜੈਕਟ, ਦੈਨ ਬਿਨ, ਦੈਨ ਥਰਡ ਫਾਰਮ ਆਫ ਵਰਬ। ਇਹਦੇ ਵਿੱਚ ਜਿਹੜਾ ਹੈਜ਼ ਹੈਵ ਹੈਡ ਤੋਂ ਬਾਅਦ ਸਬਜੈਕਟ ਮਿਸਿੰਗ ਹੈ, ਇਸ ਗੱਲ ਨੂੰ ਧਿਆਨ ਦੇ ਵਿੱਚ ਰੱਖਣਾ ਹੈ। ਅੱਗੇ ਕੰਟੀਨਿਊਸ ਟੈਂਸ ਦੇ ਵਿੱਚ, ਇਫ ਦਾ ਕੁਐਸਚਨ ਇਨ ਅ ਕੰਟੀਨਿਊਸ ਟੈਂਸ, ਜਦੋਂ ਜੋ ਕੰਟੀਨਿਊਸ ਟੈਂਸ ਹੁੰਦਾ ਹੈ ਉਹਦੇ ਵਿੱਚ ਜਿਹੜਾ ਕੁਐਸਚਨ ਜਿਹੜਾ ਹੈਗਾ ਇੰਟਰੋਗੇਟਿਵ ਜਿਹੜੇ ਸੈਂਟੈਂਸ ਹੁੰਦੇ ਆ ਉਹਨਾਂ ਨੂੰ ਆਪਾਂ ਪੈਸਿਵ ਵਾਇਸ ਦੇ ਵਿੱਚ ਇਜ਼ ਐਮ ਆਰ ਵਾਜ਼ ਵਰ ਦੇ ਨਾਲ ਸ਼ੁਰੂ ਕਰਾਂਗੇ। ਜਿੱਥੇ ਇਸ ਦਾ ANT ਲਿਖਿਆ ਉਹਨੂੰ ਐਮ ਰੀਡ ਕਰਨਾ ਤੇ ਇਜ਼ ਐਮ ਆਰ ਵਾਜ਼ ਵਰ ਨਾਲ ਜਿਹੜਾ ਸੈਂਟੈਂਸ ਨੂੰ ਸ਼ੁਰੂ ਕਰਕੇ ਉਸ ਤੋਂ ਬਾਅਦ ਸਬਜੈਕਟ, ਦੈਨ ਬੀਇੰਗ, ਦੈਨ ਥਰਡ ਫਾਰਮ ਆਫ ਵਰਬ ਲਗਾਵਾਂਗੇ। ਇਹਨਾਂ ਨੇ ਅੱਗੇ ਆਪਾਂ ਨੂੰ ਆਪਣੇ ਕੋਲੇ ਐਗਜ਼ਾਮਪਲਸ ਦਿੱਤੀਆਂ ਕੁਐਸਚਨ ਮਾਰਕ ਦੀਆਂ। ਪਹਿਲਾ ਹੈਗਾ ਡਿਡ ਯੂ ਡਰਿੰਕ ਟੀ, ਡਿਡ ਜਿਹੜਾ ਹੈਗਾ ਪ੍ਰੈਜ਼ੈਂਟ ਇੰਡੈਫਿਨਿਟ ਡੂ ਯੂ ਡਰਿੰਕ ਟੀ, ਪ੍ਰੈਜ਼ੈਂਟ ਇੰਡੈਫਿਨਿਟ ਟੈਂਸ ਹੈ। ਇਹਦੇ ਵਿੱਚ ਜਿਹੜਾ ਹੈਗਾ ਡੂ ਕੁਐਸਚਨ ਮਾਰਕ ਜਿਹੜਾ ਸੈਂਟੈਂਸ ਨੂੰ ਪੇਸ਼ ਕਰ ਰਿਹਾ, ਯੂ ਸਬਜੈਕਟ, ਡਰਿੰਕ ਫਸਟ ਫਾਰਮ ਆਫ ਵਰਬ, ਟੀ ਆਬਜੈਕਟ। ਪੈਸਿਵ ਵਾਇਸ ਦੇ ਵਿੱਚ ਕਿਉਂਕਿ ਟੀ ਨੂੰ ਆਪਾਂ ਸਬਜੈਕਟ ਲਾਵਾਂਗੇ, ਇੱਕ ਵਚਨ ਹੋਣ ਕਰਕੇ ਇਹਦੇ ਤੋਂ ਪਹਿਲਾਂ ਆਪਾਂ ਇਜ਼ ਲਗਾਵਾਂਗੇ, ਉਸ ਤੋਂ ਬਾਅਦ ਥਰਡ ਫਾਰਮ ਆਫ ਵਰਬ, ਦੈਨ ਆਪਣਾ ਬਾਏ ਯੂ। ਉਸ ਤੋਂ ਬਾਅਦ ਡਿਡ ਹੀ ਰਾਈਟ ਆ ਲੈਟਰ, ਪਾਸਟ ਇੰਡੈਫਿਨਿਟ ਟੈਂਸ ਹੈਗਾ। ਡਿਡ ਜਿਹੜਾ ਹੈਗਾ ਇੰਟਰੋਗੇਟਿਵ ਨੂੰ ਰਿਪਰੈਜ਼ੈਂਟ ਕਰ ਰਿਹਾ, ਹੀ ਸਬਜੈਕਟ, ਰਾਈਟ ਫਸਟ ਫਾਰਮ ਆਫ ਵਰਬ, ਏ ਲੈਟਰ ਆਬਜੈਕਟ। ਪੈਸਿਵ ਵਾਇਸ ਦੇ ਵਿੱਚ ਇੰਟਰੋਗੇਟਿਵ ਹੋਣ ਕਾਰਨ ਵਾਕ ਦੀ ਸ਼ੁਰੂਆਤ ਆਵਾਜ਼ ਨਾਲ ਕਰਾਂਗੇ, ਉਸ ਤੋਂ ਬਾਅਦ ਸਬਜੈਕਟ, ਏ ਲੈਟਰ, ਦੈਨ ਥਰਡ ਫਾਰਮ ਆਫ ਵਰਬ ਰਿਟਨ ਬਾਏ ਹੀ ਦਾ ਜਿਹੜਾ ਹੈਗਾ ਹੀ ਨੂੰ ਆਪਾਂ ਪੈਸਿਵ ਵਾਇਸ ਦੇ ਵਿੱਚ ਹਿਮ ਲਿਖਾਂਗੇ। ਕੈਨ ਯੂ ਲਿਫਟ ਦਿਸ ਬਾਕਸ, ਆਕਸਿਲਰੀ ਵਰਬ ਕੈਨ, ਉਸ ਤੋਂ ਬਾਅਦ ਯੂ ਸਬਜੈਕਟ, ਲਿਫਟ ਫਸਟ ਫਾਰਮ ਆਫ ਵਰਬ, ਦਿਸ ਬਾਕਸ ਇਹ ਹੈਗਾ ਆਬਜੈਕਟ। ਪੈਸਿਵ ਵਾਇਸ ਦੇ ਵਿੱਚ ਕੈਨ ਨਾਲ ਸੈਂਟੈਂਸ ਦੀ ਸ਼ੁਰੂਆਤ ਕਰਦੇ ਹੋਏ ਉਸ ਤੋਂ ਬਾਅਦ ਦਾ ਬਾਕਸ, ਦੈਨ ਬੀ, ਦੈਨ ਥਰਡ ਫਾਰਮ ਆਫ ਵਰਬ ਲਿਫਟਡ ਬਾਏ ਯੂ। ਅੱਗੇ ਹੈ present perfect tense, has he done his work, has question mark ਜਿਹੜਾ sentence ਨੂੰ represent ਕਰ ਰਿਹਾ present perfect tense ਦੇ ਵਿੱਚ। ਤੇ passive voice ਦੇ ਵਿੱਚ his has ਨੂੰ ਲਾਵਾਂਗੇ ਕਿਉਂਕਿ his work ਜੋ ਇੱਕ ਵਚਨ ਆ, his work subject ਹੋ ਗਿਆ, subject ਤੋਂ ਬਾਅਦ been, then third form of verb done by him। is she singing a song, ਇਹਦੇ ਵਿੱਚ is ਲਾ ਕੇ ਵਰਬ ਦੀ ਪਹਿਲੀ ਫਾਰਮ ਨਾਲ ing ਲੱਗਿਆ ਹੋਇਆ। ਇਟ ਮੀਨਸ ਇਹ ਜਿਹੜਾ ਹੈਗਾ ਪ੍ਰੈਜ਼ੈਂਟ ਕੰਟੀਨਿਊਸ ਟੈਂਸ ਹੈ। ਪੈਸਿਵ ਵਾਇਸ ਦੇ ਵਿੱਚ ਜਦੋਂ ਆਪਾਂ ਇਹ ਸੌਂਗ ਨੂੰ ਸਬਜੈਕਟ ਦੇ ਤੌਰ ਤੇ ਲਵਾਂਗੇ ਤਾਂ ਇੱਕ ਵਚਨ ਹੋਣ ਕਰਕੇ ਸੈਂਟੈਂਸ ਦੀ ਸ਼ੁਰੂਆਤ ਇਸ ਨਾਲ ਕਰਾਂਗੇ ਕਿਉਂਕਿ ਪ੍ਰਸ਼ਨਵਾਚਕ ਵਾਕ ਆ। ਉਸ ਤੋਂ ਬਾਅਦ ਬੀਇੰਗ ਲਗਾ ਕੇ ਸਿੰਗ ਦੀ ਥਰਡ ਫਾਰਮ ਸੰਗ ਬਾਏ ਹਰ। question beginning with who words like what, why, when, etc. ਹੁਣ ਜਿਹੜੇ ਕੁਐਸਚਨ
ਮਾਰਕ ਜਿਹੜੇ ਸੈਂਟੈਂਸ ਹੁੰਦੇ ਆ ਜਿਹੜੇ WH ਫੈਮਿਲੀ ਨਾਲ ਸ਼ੁਰੂ ਹੁੰਦੇ ਆ, ਵਟ, ਵਾਈ, ਵੈਨ, ਉਹਨਾਂ ਦੀ ਆਪਾਂ ਪੈਸਿਵ ਵੌਇਸ ਕਿਵੇਂ ਚੇਂਜ ਕਰਾਂਗੇ। ਦ ਕੁਐਸਚਨ what is retained at the beginning of the sentence, the rest of the rules are same as in other questions। ਇਹਦੇ ਵਿੱਚ ਕੀ ਹੈ, ਜਿਹੜਾ ਕੁਐਸਚਨ ਵਾਲਾ ਸ਼ਬਦ ਹੈਗਾ ਉਹ ਸੇਮ ਰਹੂਗਾ ਤੇ ਬਾਕੀ ਜਿਹੜੇ ਰੂਲਸ ਆ ਉਹ ਜਿਵੇਂ ਆਪਾਂ ਪਹਿਲਾਂ ਪੜ੍ਹਿਆ ਉਸ ਤਰ੍ਹਾਂ ਲੱਗਣਗੇ। ਇਨ ਕੇਸ ਆਫ ਕੁਐਸਚਨ ਸਟਾਰਟਿੰਗ ਵਿਦ ਹੂ, ਜਿਨ੍ਹਾਂ ਸੈਂਟੈਂਸਿਸ ਦੇ ਵਿੱਚ ਸੈਂਟੈਂਸ ਦੀ ਕੁਐਸਚਨ ਮਾਰਕ ਸੈਂਟੈਂਸ ਦੇ ਵਿੱਚ ਸੈਂਟੈਂਸ ਦੀ ਸ਼ੁਰੂਆਤ ਹੂ ਨਾਲ ਹੁੰਦੀ ਆ, ਉਹਦੀ ਸ਼ੁਰੂਆਤ ਆਪਾਂ ਬਾਏ ਹੂਮ ਲਾਵਾਂਗੇ, ਦੈਨ ਹੈਲਪਿੰਗ ਵਰਬ, ਦੈਨ ਸਬਜੈਕਟ, ਦੈਨ ਥਰਡ ਫਾਰਮ ਆਫ ਵਰਬ। ਹੁਣ ਆਪਾਂ ਐਗਜ਼ਾਮਪਲਸ ਕਰਦੇ ਹਾਂ। ਪਹਿਲਾ ਆਪਣੇ ਕੋਲ ਸੈਂਟੈਂਸ ਹੈਗਾ, ਵਾਈ ਡਿਡ ਯੂ ਬੀਟ ਬੰਟੀ, ਤੁਸੀਂ ਬੰਟੀ ਨੂੰ ਕਿਉਂ ਮਾਰਿਆ। WHY, ਵਾਈ ਜਿਹੜਾ ਹੈਗਾ ਕੁਐਸਚਨ ਵਰਡ ਆ, ਇਹ ਉੱਥੇ ਸੇਮ ਰਹਿ ਜੂਗਾ ਤੇ ਅੱਗੇ ਡਿਡ ਯੂ ਬੀਟ ਬੰਟੀ ਇਹ ਹੈਗਾ ਪਾਸਟ ਇੰਡੈਫੀਨਿਟ। ਤੇ ਹੁਣ ਆਪਾਂ ਜਿਹੜਾ ਹੈਗਾ ਆਬਜੈਕਟ ਬੰਟੀ ਇਹਨੂੰ ਸਬਜੈਕਟ ਬਣਾ ਦਾਂਗੇ ਇੱਕ ਵਰਡ ਹੋਣ ਕਰਕੇ, ਵਾਜ਼ ਸਬਜੈਕਟ ਤੋਂ ਪਹਿਲਾਂ ਲਾ ਕੇ ਥਰਡ ਫਾਰਮ ਆਫ ਵਰਬ ਬੀਟਨ, ਦੈਨ ਬਾਏ ਯੂ। ਅਗਲਾ ਵੈਨ ਡਿਡ ਯੂ ਮੈਟ ਮੋਹਨ, ਇਹ ਵੀ ਪਾਸਟ ਇੰਡੈਫੀਨਿਟ ਆ। ਵੈਨ ਉਸੇ ਤਰ੍ਹਾਂ ਰਹਿ ਜੂ ਕੁਐਸਚਨ ਵਰਡ ਆ। ਮੋਹਨ ਨੂੰ ਆਪਾਂ ਸਬਜੈਕਟ ਬਣਾਵਾਂਗੇ ਇੱਕ ਵਚਨ ਹੋਣ ਕਰਕੇ, ਵਾਸ ਸਬਜੈਕਟ ਤੋਂ ਪਹਿਲਾਂ ਕੁਐਸਚਨ ਮਾਰਕ ਹੋਣ ਕਰਕੇ, ਦੈਨ ਮੀਟ ਦੀ ਥਰਡ ਫਾਰਮ ਮੈਟ ਬਾਏ ਯੂ। ਵੇਅਰ ਡਿਡ ਯੂ ਲੀਵ ਦਾ ਕਾਰ, ਇਹ ਵੀ ਜਿਹੜਾ ਹੈਗਾ ਪਾਸਟ ਇੰਡੈਫੀਨਿਟ ਆ। ਵੇਅਰ ਦਾ ਕਾਰ ਇੱਕ ਵਚਨ ਹੋਣ ਕਰਕੇ ਵਾਸ ਲੱਗੂਗਾ ਸਬਜੈਕਟ ਤੋਂ ਪਹਿਲਾਂ, ਵੇਅਰ ਵਾਸ ਦਾ ਕਾਰ, ਲੀਵ ਦੀ ਥਰਡ ਫਾਰਮ ਲੈਫਟ ਬਾਏ ਯੂ। ਦੈਨ ਹੂ ਬ੍ਰੋਕ ਦਿਸ ਸਲੇਟ, ਇਹ WH ਹੂ ਵਾਲਾ ਜਿਹੜਾ ਕੁਐਸਚਨ ਵਰਡ ਹੈ ਇਹਦੇ ਵਿੱਚ ਸ਼ੁਰੂਆਤ ਕਰਾਂਗੇ ਬਾਏ ਹੂਮ, ਕਿਉਂਕਿ ਪਾਸਟ ਇੰਡੈਫੀਨਿਟ ਆ, ਵਾ ਵੀ ਦੂਸਰੀ ਫਾਰਮ ਲੱਗੀ ਹੋਈ ਆ। ਵਾਸ ਲਾਵਾਂਗੇ, ਸਲੇਟ ਇੱਕ ਵਚਨ ਆ, ਬਾਏ ਹੂਮ ਵਾਸ ਦੀ ਸਲੇਟ ਬ੍ਰੋਕਨ। ਚੇਂਜ ਆਫ ਟੈਂਸਸ ਫਰੋਮ ਐਕਟਿਵ ਟੂ ਪੈਸਿਵ ਵੌਇਸ, ਇਹ ਆਪਾਂ ਪਹਿਲਾਂ ਟੈਂਸਸ ਦੇ ਵਿੱਚ ਡਿਟੇਲ ਨਾਲ ਕਰ ਚੁੱਕੇ ਹਾਂ। ਫਿਰ ਵੀ ਇਹਨੂੰ ਜਦੋਂ ਰਿਵੀਜ਼ਨ ਦੇ ਤੌਰ ਤੇ ਆਪਾਂ ਪੜ੍ਹਦੇ ਹਾਂ, ਜਦੋਂ ਟੈਂਸ ਪ੍ਰੈਜ਼ੈਂਟ ਡੈਫੀਨੇਟ ਹੁੰਦਾ ਹੈ ਤਾਂ ਉਦੋਂ ਆਪਾਂ ਜਿਹੜਾ ਹੈਗਾ ਇਹਦੀ ਪੈਸਿਵ ਵੌਇਸ ਬਣਾਉਂਦੇ ਹਾਂ, ਤਾਂ ਆਪਾਂ ਇਜ਼, ਐਮ ਆਰ ਤੇ ਥਰਡ ਫਾਰਮ ਆਫ ਵਰਬ ਲਾਉਂਦੇ ਹਾਂ। ਐਕਟਿਵ ਵੌਇਸ ਰਿਸ਼ੀ ਰਾਈਟ ਅ ਲੈਟਰ, ਪੈਸਿਵ ਵੌਇਸ ਅ ਲੈਟਰ ਇਜ਼ ਰਿਟਨ ਬਾਏ ਰਿਸ਼ੀ। ਪ੍ਰੈਜ਼ੈਂਟ ਕੰਟੀਨਿਊਸ ਦੇ ਵਿੱਚ ਨਿਯਮ ਹੈਗਾ ਪੈਸਿਵ ਵੌਇਸ ਬਣਾਉਣ ਦਾ, ਇਜ਼, ਐਮ ਆਰ ਪਲੱਸ ਬੀਇੰਗ ਪਲੱਸ ਥਰਡ ਫਾਰਮ ਆਫ ਵਰਬ। ਰਿਸ਼ੀ ਇਜ਼ ਰਾਈਟਿੰਗ ਅ ਲੈਟਰ ਇਜ਼ ਬੀਇੰਗ ਰਿਟਨ ਬਾਏ ਰਿਸ਼ੀ। ਪ੍ਰੈਜ਼ੈਂਟ ਪਰਫੈਕਟ ਦਾ ਜਦੋਂ ਵੌਇਸ ਚੇਂਜ ਕਰਦੇ ਆ ਤਾਂ ਹੈਜ਼, ਹੈਵ ਪਲੱਸ ਬੀਨ ਪਲੱਸ ਥਰਡ ਫਾਰਮ ਆਫ ਵਰਬ। ਰਿਸ਼ੀ ਹੈਜ਼ ਰਿਟਨ ਅ ਲੈਟਰ ਹੈਜ਼ ਬੀਨ ਰਿਟਨ ਬਾਏ ਰਿਸ਼ੀ। ਪਾਸਟ ਇੰਡੈਫੀਨਿਟ ਦਾ ਜਦੋਂ ਆਪਾਂ ਵੌਇਸ ਚੇਂਜ ਕਰਦੇ ਆ ਤਾਂ ਉਹਦੇ ਵਿੱਚ ਆਪਾਂ ਵਾਜ ਵਰਬ ਪਲੱਸ ਥਰਡ ਫਾਰਮ ਆਫ ਵਰਬ ਲਾਉਂਦੇ ਆ। ਰਿਸ਼ੀ ਰੋਟ ਅ ਲੈਟਰ, ਇਹ ਲੈਟਰ ਵਾਜ਼ ਰਿਟਨ ਬਾਏ ਰਿਸ਼ੀ। ਪਾਸਟ ਕੰਟੀਨਿਊਸ ਦੇ ਵਿੱਚ ਜਦੋਂ ਆਪਾਂ ਜਿਹੜਾ ਵੌਇਸ ਚੇਂਜ ਕਰਦੇ ਆ, ਵਾਜ ਵਰਬ ਪਲੱਸ ਬੀਇੰਗ ਪਲੱਸ ਥਰਡ ਫਾਰਮ ਆਫ ਵਰਬ। ਰਿਸ਼ੀ ਵਾਸ ਰਾਈਟਿੰਗ ਏ ਲੈਟਰ ਵਾਸ ਬੀਇੰਗ ਰਿਟਨ ਬਾਏ ਰਿਸ਼ੀ। ਪਾਸਟ ਪਰਫੈਕਟ ਦੇ ਵਿੱਚ ਜਦੋਂ ਵੌਇਸ ਚੇਂਜ ਕਰਦੇ ਆ, ਹੈਡ ਬੀਨ ਪਲੱਸ ਥਰਡ ਫਾਰਮ। ਰਿਸ਼ੀ ਰੋਟ ਅ ਲੈਟਰ, ਰਿਸ਼ੀ ਹੈਡ ਰੋਟ ਅ ਲੈਟਰ, ਇਹ ਲੈਟਰ ਹੈਡ ਬੀਨ ਰਿਟਨ ਬਾਏ ਰਿਸ਼ੀ। ਫਿਊਚਰ ਇੰਡੈਫੀਨਿਟ ਦੇ ਵਿੱਚ ਜਦੋਂ ਵੌਇਸ ਚੇਂਜ ਕਰਦੇ ਆ ਤਾਂ ਉਦੋਂ ਆਪਾਂ ਵੈਲ ਸ਼ੈਲ ਨਾਲ ਬੀ ਲਗਾ ਕੇ ਥਰਡ ਫਾਰਮ ਆਫ ਵਰਬ ਲਗਾਉਂਦੇ ਆ। ਰਿਸ਼ੀ ਵੈਲ ਰਾਈਟ ਏ ਲੈਟਰ, ਇਹ ਲੈਟਰ ਵੈਲ ਬੀ ਰਿਟਨ ਬਾਏ ਰਿਸ਼ੀ। ਫਿਊਚਰ ਪਰਫੈਕਟ ਦੇ ਵਿੱਚ ਜਦੋਂ ਆਪਾਂ ਵੌਇਸ ਚੇਂਜ ਕਰਦੇ ਆ, ਵੈਲ ਹੈਵ ਸ਼ੈਲ ਹੈਵ ਦੇ ਨਾਲ ਬੀਨ ਪਲੱਸ ਥਰਡ ਫਾਰਮ ਆਫ ਵਰਬ ਲਾਉਂਦੇ ਆ। ਤਾਂ ਰਿਸ਼ੀ ਵੈਲ ਹੈਵ ਰਿਟਨ ਏ ਲੈਟਰ, ਇਹ ਲੈਟਰ ਵੈਲ ਹੈਵ ਬੀਨ ਰਿਟਨ ਬਾਏ ਰਿਸ਼ੀ। ਇਹਦੇ ਵਿੱਚ ਫਿਊਚਰ ਪਰਫੈਕਟ ਦੇ ਵਿੱਚ ਥੋੜੀ ਕਰੈਕਸ਼ਨ ਆ, ਵੈਲ ਸ਼ੈਲ ਪਲੱਸ ਹੈਵ ਦੈਨ ਬੈਨ ਲਾਉਣਾ, ਬੈਨ ਪਹਿਲਾਂ ਲੱਗਿਆ, ਇਹਨੂੰ ਹੈਵ ਤੋਂ ਬਾਅਦ ਚ ਕਰ ਲੈਣਾ ਹੈਗਾ। ਤੇ ਨੋਟ sentences of present, past and future perfect continuous।
and future continuous tenses cannot be changed into passive voice। ਜਿਹੜੇ ਟੈਂਸ ਹੁੰਦੇ ਆ ਪ੍ਰੈਜ਼ੈਂਟ, ਪਾਸਟ ਤੇ ਫਿਊਚਰ ਪਰਫੈਕਟ ਕੰਟੀਨਿਊਸ ਦੇ ਤੇ ਫਿਊਚਰ ਕੰਟੀਨਿਊਸ ਟੈਂਸ ਆ, ਇਹਦੀ ਆਪਾਂ ਵਾਇਸ ਚੇਂਜ ਨਹੀਂ ਕਰ ਸਕਦੇ। ਪੈਸਿਵ ਆਫ ਇੰਪੈਰੇਟਿਵ ਸੈਂਟੈਂਸਸ। ਹੁਣ ਆਪਾਂ ਇੰਪੈਰੇਟਿਵ ਦੀ ਗੱਲ ਕਰਦੇ ਹਾਂ। ਐਨ ਇੰਪੈਰੇਟਿਵ ਸੈਂਟੈਂਸ ਇਨ ਅ ਪੈਸਿਵ ਬਿਗਨਸ ਵਿਦ ਲੈਟ। ਦ ਪੈਸਿਵ ਫਾਰਮ ਵਿਲ ਬੀ ਲੈਟ ਹੀ ਥਰਡ ਫਾਰਮ ਆਫ ਦਾ ਵਰਬ। ਇੰਪੈਰੇਟਿਵ ਸੈਂਟੈਂਸ ਪੈਸਿਵ ਜਿਹੜਾ ਹੈਗਾ ਐਕਟਿਵ ਵੌਇਸ ਦੇ ਵਿੱਚ ਲੈਟ ਨਾਲ ਸ਼ੁਰੂ ਹੁੰਦਾ ਹੈ। ਇਹਨੂੰ ਐਕਟਿਵ ਵੌਇਸ ਪੜ੍ਹਨਾ ਤੁਸੀਂ। ਪੈਸਿਵ ਫਾਰਮ ਦੇ ਵਿੱਚ ਜਿਹੜਾ ਕੀ ਹੋਊਗਾ ਲੈਟ ਤੋਂ ਬਾਅਦ ਆਪਾਂ ਜੋ ਕਿ ਸਬਜੈਕਟ ਹੋਇਆ ਜਾਂ ਉਸ ਤੋਂ ਬਾਅਦ ਥਰਡ ਫਾਰਮ ਆਫ ਵਰਬ ਲਾਵਾਂਗੇ। ਵੈਨ ਦੇਅਰ ਇਜ਼ ਆਲਰੇਡੀ ਲੈਟ ਇਨ ਦ ਐਕਟਿਵ ਸੈਂਟੈਂਸ the passive structure is same as above। Followed by models। ਇਹਦੇ ਵਿੱਚ ਆਪਾਂ ਦੇਖਦੇ ਹਾਂ ਵੀ ਜੇ ਮਾਡਲ ਤੋਂ ਬਾਅਦ ਜਿਹੜੀ ਵਰਬ ਆਉਂਦੀ ਹੈ ਉਹਨਾਂ ਦੇ ਵਿੱਚ ਪੈਸਿਵ ਵੌਇਸ ਦਾ ਸਟਰਕਚਰ ਹੁੰਦਾ ਹੈ ਮਾਡਲ ਪਲੱਸ ਬੀ ਪਲੱਸ ਥਰਡ ਫਾਰਮ ਆਫ ਦਾ ਵਰਬ। ਐਕਟਿਵ ਵੌਇਸ I can do this work। I ਸਬਜੈਕਟ, can ਮਾਡਲ ਆਕਸਿਲਰੀ, ਇਹਦੇ ਨਾਲ do ਵਰਬ ਦੀ ਪਹਿਲੀ ਫਾਰਮ, this work object। ਪੈਸਿਵ ਫਾਰਮ ਦੇ ਵਿੱਚ ਜੋ ਹੈ this work ਸਬਜੈਕਟ ਦੇ ਸਥਾਨ ਤੇ ਲਿਖਿਆ ਜਾਊ, can ਦੇ ਨਾਲ be ਵਰਬ ਦੀ ਤੀਸਰੀ ਫਾਰਮ done by me। I ਪ੍ਰੋਨਾਉਨ ਜੋ ਹੈਗਾ ਉਹਨੂੰ ਆਪਾਂ ਪੈਸਿਵ ਵੌਇਸ ਦੇ ਵਿੱਚ me ਦੇ ਰੂਪ ਵਿੱਚ ਲਿਖਾਂਗੇ। You should obey your parents। You subject should model auxiliary obey verb ਦੀ ਪਹਿਲੀ ਫਾਰਮ your parents object। your parents ਸਬਜੈਕਟ ਦੀ ਸਥਾਨ ਤੇ ਲਿਖਦੇ ਹੋਏ should ਨਾਲ be ਦੀ ਵਰਤੋਂ ਕਰਦੇ ਹੋਏ obey ਦੀ ਤੀਸਰੀ ਫਾਰਮ obeyed by you। would you take a cup of tea ਇੰਟੈਰੋਗੇਟਿਵ ਸੈਂਟੈਂਸ ਮਾਡਲ ਆਕਸਿਲਰੀ ਜੋ ਹੈ would ਸੈਂਟੈਂਸ ਦੇ ਸ਼ੁਰੂ ਵਿੱਚ ਲੱਗਿਆ ਹੋਇਆ ਹੈ ਤਾਂ ਪੈਸਿਵ ਵੌਇਸ ਦੇ ਵਿੱਚ ਅ ਕੱਪ ਆਫ ਟੀ ਜੋ ਆਬਜੈਕਟ ਆ ਉਹਨੂੰ ਸਬਜੈਕਟ ਦੇ ਸਥਾਨ ਤੇ ਲਿਖਾਂਗੇ ਕਿਉਂਕਿ ਪ੍ਰਸ਼ਨਵਾਚਕ ਵਾਕ ਹੋਣ ਕਰਕੇ would ਦੇ ਨਾਲ ਸੈਂਟੈਂਸ ਸ਼ੁਰੂ ਕਰਾਂਗੇ। ਉਸ ਤੋਂ ਬਾਅਦ ਅ ਕੱਪ ਆਫ ਟੀ ਜੋ ਸਬਜੈਕਟ ਦੈਨ ਬੀ ਦੈਨ ਥਰਡ ਫਾਰਮ ਆਫ ਵਰਬ ਟੇਕ ਟੁਕ ਟੇਕਨ ਬਾਏ ਯੂ। ਮੇ ਆਈ ਹੈਲਪ ਯੂ ਇਹ ਵੀ ਪ੍ਰਸ਼ਨਵਾਚਕ ਵਾਕ ਆ। ਇਹਦੇ ਵਿੱਚ ਮਾਡਲ ਆਕਸਿਲਰੀ ਮੇ ਜੋ ਕਿ ਆ ਸੈਂਟੈਂਸ ਦੇ ਸ਼ੁਰੂ ਦੇ ਵਿੱਚ ਲੱਗੀ ਹੋਈ। ਉਸ ਤੋਂ ਬਾਅਦ ਸਬਜੈਕਟ ਆਈ ਦੈਨ ਫਸਟ ਫਾਰਮ ਆਫ ਵਰਬ ਹੈਲਪ ਦੈਨ ਯੂ ਆਬਜੈਕਟ ਦੈਨ ਸਾਈਨ ਆਫ ਇੰਟੈਰੋਗੇਸ਼ਨ। ਪੈਸਿਵ ਵੌਇਸ ਦੇ ਵਿੱਚ ਆਬਜੈਕਟ ਯੂ ਨੂੰ ਸਬਜੈਕਟ ਦੇ ਸਥਾਨ ਤੇ ਲਿਖਾਂਗੇ ਤੇ ਮੇ ਦੇ ਨਾਲ ਸੈਂਟੈਂਸ ਸ਼ੁਰੂ ਕਰਾਂਗੇ ਮੇ ਯੂ then be then helped by me।